ਜਿਸ ਇਨਸਾਨ ਨੂੰ ਵੀ ਪਰਮਾਤਮਾ ਮਿਲਿਆ ਉਸ ਨੂੰ ਆਪਣੇ ਅੰਦਰੋਂ ਮਿਲਿਆ, ਕਿਉਂਕਿ ਪਰਮਾਤਮਾ ਹਰ ਇਨਸਾਨ ਦੇ ਅੰਦਰ ਇਸ ਤਰ੍ਹਾਂ ਰਹਿ ਰਿਹਾ ਹੈ ਜਿਸ ਤਰ੍ਹਾਂ ਫੁੱਲ ਦੇ ਅੰਦਰ ਖੁਸ਼ਬੂ ਹੁੰਦੀ ਹੈ। ਪਰਮਾਤਮਾ ਨੂੰ ਮਿਲਣ ਦਾ ਇਹੀ ਮਨੁੱਖਾ ਜੀਵਨ ਅਖੀਰਲਾ ਜਨਮ ਹੈ। ਇਸ ਤੋਂ ਪਹਿਲਾਂ ਅਸੀਂ ਪਤਾ ਨਹੀਂ ਕਿੰਨੀਆਂ ਜੂਨੀਆਂ ਦੇ ਵਿੱਚੋਂ ਭਟਕ ਕੇ ਆਏ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਸੰਬੰਧ ਵਿੱਚ ਬੜਾ ਕਲੀਅਰ ਲਿਖਿਆ ਹੈ, ਭਈ ਪ੍ਰਾਪਤ ਮਾਨੁਖ ਦੇਹੋਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਮਨੁੱਖਾ ਸਰੀਰ ਮਿਲਿਆ ਹੈ ਔਰ ਪਰਮਾਤਮਾ ਨੂੰ ਮਿਲਣ ਦਾ ਇਹ ਅਖੀਰਲਾ ਮੌਕਾ ਹੈ। ਪਰਮਾਤਮਾ ਦੀ ਖੋਜ ਕਿੱਥੇ ਕਰਨੀ ਹੈ, ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਹੋਈਆਂ ਹਨ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਸਭ ਕਿਛ ਕਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਪਿਲਾਈ। ਸਭ ਕੁਛ ਸਾਰਾ ਕੁਛ ਤੁਹਾਡੇ ਘਰ ਦੇ ਵਿੱਚ ਹੈ। ਘਰ ਕਹਿੰਦੇ ਨੇ ਇਸ ਸਰੀਰ ਨੂੰ। ਉਹਨਾਂ ਨੇ ਇਹ ਸਰੀਰ ਵੱਲ ਸੰਬੋਧਨ ਕਰਕੇ ਕਿਹਾ ਹੈ, ਤੁਹਾਡੇ ਸਰੀਰ ਦੇ ਅੰਦਰ ਸਭ ਕੁਛ ਹੈ, ਬਾਹਰ ਨਹੀਂ ਹੈ, ਇਸ ਤੋਂ ਬਾਹਰ ਕੁਝ ਨਹੀਂ ਹੈ। ਅਗਰ ਕੋਈ ਬਾਹਰ ਟੋਲਦਾ ਹੈ ਤਾਂ ਸਮਝ ਲਓ ਉਹ ਭਰਮਾਂ ਦੇ ਵਿੱਚ ਭਟਕਦਾ ਹੈ। ਤਨ ਮਨ ਖੋਜੇ ਤਾਂ ਨਾਉ ਪਾਏ, ਤਾਵਤ ਰਾਹੇ ਰਾਖੇ ਠਾਕ ਰਹਾਏ। ਤਨ ਮਨ ਖੋਜੇ ਤਾਂ ਨਾਉ ਪਾਏ, ਯਾਨੀ ਕਿਸ ਚੀਜ਼ ਦੀ ਖੋਜ ਕਰਨੀ ਹੈ? ਤਨ ਦੀ ਖੋਜ ਕਰਨੀ ਹੈ, ਮਨ ਦੀ ਖੋਜ ਕਰਨੀ ਹੈ। ਜਦੋਂ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਦੀ ਖੋਜ ਕਰੋਗੇ ਤਾਂ ਤੁਹਾਨੂੰ ਪਰਮਾਤਮਾ ਦਾ ਨਾਮ ਉਹਦੇ ਵਿੱਚ ਰੱਖਿਆ ਹੋਇਆ ਮਿਲੇਗਾ। ਤਾਵਤ ਰਾਖੇ ਠਾਕ ਰਹਾਏ। ਇਹ ਜਿਹੜਾ ਮਨ ਹੈ ਸਾਡਾ ਭਟਕਦਾ ਹੈ, ਇਸ ਨੂੰ ਅਗਰ ਕੋਈ ਟਿਕਾ ਸਕਦਾ ਹੈ ਤਾਂ ਸਿਰਫ ਪਰਮਾਤਮਾ ਹੀ ਟਿਕਾ ਸਕਦਾ ਹੈ। ਤਦ ਹੀ ਕਿਹਾ ਹੈ ਤਾਵਤ ਰਾਖੇ ਠਾਕ ਰਹਾਏ, ਫਿਰ ਉਹ ਟਿਕ ਜਾਂਦਾ ਹੈ। ਅੰਤਰ ਵਸਤ ਮੂੜਾ ਬਾਰ ਪਾਲੇ, ਮਨਮੁਖ ਅੰਧੇ ਫਿਰੇ ਬੇਤਾਲੇ। ਅੰਤਰ ਵਸਤ ਫਿਰ ਉਹਨਾਂ ਨੇ ਪਰਮਾਤਮਾ ਵੱਲ ਇਸ਼ਾਰਾ ਕਰਕੇ ਦੱਸਿਆ ਹੈ, ਤੇਰੇ ਅੰਦਰ ਪਰਮਾਤਮਾ ਹੈ। ਮੂੜਾ ਬਾਹਰ ਪਾਲੇ, ਲੇਕਿਨ ਮੂਰਖ ਇਨਸਾਨ ਉਸ ਨੂੰ ਬਾਹਰ ਲੱਭਦਾ ਹੈ। ਮਨਮੁਖ ਅੰਧੇ ਫਿਰੇ ਬੇਤਾਲੇ, ਬੇਤਾਲੇ ਭੂਤ ਨੂੰ ਕਹਿੰਦੇ ਹਨ। ਇਹ ਭੂਤਾਂ ਦੀ ਤਰ੍ਹਾਂ ਅਸੀਂ ਬਾਹਰ ਭਟਕਦੇ ਫਿਰਦੇ ਹਾਂ, ਲੇਕਿਨ ਪਰਮਾਤਮਾ ਅੰਤਰ ਵਸਤ ਹੈ। ਢੂੰਡਾ ਢੂੰਡਤ ਕਹਿ ਫਿਰੋ, ਢੂੰਡਨ ਈਆ ਮਨ ਮਾਈ। ਬੜੇ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ, ਕਿੱਥੇ ਢੂੰਡਦੇ ਫਿਰਦੇ ਹੋ ਤੁਸੀਂ? ਅਗਰ ਢੂੰਡਣਾ ਹੈ ਤਾਂ ਆਪਣੇ ਮਨ ਦੇ ਵਿੱਚ ਢੂੰਡੋ। ਸੰਗ ਤੁਹਾਰੇ ਪ੍ਰਭ ਬਸੇ, ਬਨ ਮਨ ਕਹਾਂ ਫਿਰੇ। ਉਹ ਕਹਿੰਦੇ ਪਰਮਾਤਮਾ ਤੇਰੇ ਅੰਗ ਸੰਗ ਵਸਦਾ ਹੈ, ਤੂੰ ਕਿੱਥੇ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ ਹੈ। ਸਰੀਰੋਂ ਭਾਲਣ ਕੋ ਬਾਹਰ ਜਾਏ, ਨਾਮ ਨਾ ਲਹੇ ਬਹੁਤ ਵੇਗਾਰ ਦੁੱਖ ਪਾਏ। ਬੜਾ ਕਲੀਅਰ ਲਿਖਿਆ ਹੈ, ਅਗਰ ਇਨਸਾਨ ਸਰੀਰ ਤੋਂ ਬਾਹਰ ਭਾਲਣ ਜਾਊਗਾ ਪਰਮਾਤਮਾ ਨੂੰ ਤਾਂ ਉਸ ਨੂੰ ਕੀ ਮਿਲੇਗਾ? ਉਸ ਦੀ ਜਿਹੜੀ ਘਾਲਣਾ ਹੈ ਸਾਰੀ ਬੇਕਾਰ ਚਲੀ ਜਾਏਗੀ, ਦੁੱਖ ਪਾਏਗਾ, ਬਲਕਿ ਉਸ ਨੂੰ ਸੁੱਖ, ਪਰਮਾਤਮਾ ਦਾ ਸੁੱਖ ਨਹੀਂ ਮਿਲੇਗਾ। ਕਿੱਥੇ ਭਾਲ ਕਰਨੀ ਹੈ? ਆਪਣੇ ਸਰੀਰ ਦੇ ਅੰਦਰ ਭਾਲ ਕਰਨੀ ਹੈ। ਫਿਰ ਕੀ ਕਹਿੰਦੇ, ਕਿੱਥੇ ਪਾਇਆ? ਪ੍ਰਭ ਅਬਨਾਸੀ ਘਰ ਮੈਂ ਪਾਇਆ। ਪਰਮਾਤਮਾ ਜਿਹੜਾ ਅਬਨਾਸ਼ੀ ਹੈ ਉਸ ਨੂੰ ਕਿੱਥੇ ਪਾਇਆ? ਜਿਨ੍ਹਾਂ ਨੇ ਵੀ ਪਾਇਆ ਆਪਣੇ ਘਰ ਦੇ ਵਿੱਚ ਪਾਇਆ, ਆਪਣੇ ਸਰੀਰ ਦੇ ਵਿੱਚ ਪਾਇਆ। ਅਬਨਾਸੀ ਉਸ ਨੂੰ ਕਹਿੰਦੇ ਨੇ ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ, ਉਹ ਅਬਨਾਸੀ ਹੈ। ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਸੀ ਉਦੋਂ ਵੀ ਪਰਮਾਤਮਾ ਕਾਇਮ ਦਾਇਮ ਸੀ, ਅੱਜ ਵੀ ਪਰਮਾਤਮਾ ਕਾਇਮ ਦਾਇਮ ਹੈ। ਜਦ ਤੱਕ ਸ੍ਰਿਸ਼ਟੀ ਰਹੇਗੀ ਉਦੋਂ ਤੱਕ ਪਰਮਾਤਮਾ ਕਾਇਮ ਦਾਇਮ ਰਹੇਗਾ। ਉਹ ਪੱਕਾ ਹੈ, ਫਿਕਸਡ ਹੈ, ਇਸ ਕਰਕੇ ਉਸ ਨੂੰ ਅਬਿਨਾਸੀ ਕਿਹਾ ਹੈਗਾ। ਅਬਿਨਾਸੀ ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ, ਉਹ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦਾ ਹੈ। ਘਰ ਮੈਂ ਅਵਸਥ ਬਾਹਰ ਉੱਠ ਜਾਤਾ। ਫਿਰ ਬੜੇ ਕਲੀਅਰ ਸ਼ਬਦਾਂ ਵਿੱਚ ਲਿਖਦਾ ਹੈ, ਘਰ ਦੇ ਵਿੱਚ ਤੇਰੇ ਸਰੀਰ ਦੇ ਅੰਦਰ ਪਰਮਾਤਮਾ ਮੌਜੂਦ ਹੈ, ਲੇਕਿਨ ਅਸੀਂ ਸਮਝਦੇ ਹਾਂ ਬਾਹਰ ਕਿਤੇ ਬਾਹਰ ਜਾਂਦਾ, ਅਸੀਂ ਬਾਹਰ ਉਹਨੂੰ ਲੱਭਦੇ ਫਿਰਦੇ ਹਾਂ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਆਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਪਰ ਭੁਲਾਇਆ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਤੁਹਾਡੇ ਸਰੀਰ ਦੇ ਅੰਦਰ ਜਿਹੜਾ ਪਰਮਾਤਮਾ ਦਾ ਅੰਮ੍ਰਿਤ ਹੈ, ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਅਮਰ ਤੱਤ ਹੈ, ਨਾ ਉਹ ਜੰਮਦਾ ਹੈ ਨਾ ਮਰਦਾ ਹੈ, ਲੇਕਿਨ ਜਿਹੜਾ ਉਹਦੀ ਅਮਰਤਾ ਹੈ, ਅਮਰ ਤੱਤ ਹੈ, ਉਹ ਤੁਹਾਡੇ ਸਰੀਰ ਦੇ ਅੰਦਰ ਭਰਿਆ ਹੋਇਆ ਭਰਪੂਰ ਹੈ। ਲੇਕਿਨ ਮਨਮੁਖਾ ਸਾਧ ਨਾ ਆਇਆ, ਕਿਉਂ? ਅਸੀਂ ਮਨ ਦੇ ਆਖੇ ਲੱਗਦੇ ਹਾਂ, ਸਾਡਾ ਮਨ ਹੈ ਜਿਹੜਾ ਟਿਕਾ 'ਚ ਨਹੀਂ ਆਉਂਦਾ। ਮਨ ਮਰਦੇ ਹੀ ਤੁਹਾਨੂੰ ਅੰਮ੍ਰਿਤ, ਆਪਣਾ ਅੰਮ੍ਰਿਤ ਤੱਤ ਹੈ ਜਿਹੜਾ ਉਹ ਨਜ਼ਰ ਆਉਣ ਲੱਗ ਜਾਏਗਾ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਪਰ ਭੁਲਾਇਆ। ਜਿਸ ਤਰ੍ਹਾਂ ਹਿਰਨ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਸਰੀਰ ਦੇ ਅੰਦਰ ਕਸਤੂਰੀ ਹੈ, ਲੇਕਿਨ ਉਹ ਭਰਮ ਦਾ ਇੱਧਰ ਉੱਧਰ ਭਟਕਦਾ ਰਹਿੰਦਾ ਹੈ। ਉਹੀ ਜਿਹੜਾ ਹੈਗਾ ਹਾਲ ਸਾਡੇ ਇਨਸਾਨਾਂ ਦਾ ਹੈ। ਅਸੀਂ ਪਰਮਾਤਮਾ ਨੂੰ ਇਸ ਤਰ੍ਹਾਂ ਲਈ ਫਿਰਦੇ ਹਾਂ ਜਿਸ ਤਰ੍ਹਾਂ ਕਸਤੂਰੀ ਨੂੰ ਮਿਰਗ ਲਈ ਫਿਰਦਾ ਹੈ, ਲੇਕਿਨ ਸਾਨੂੰ ਇਸ ਚੀਜ਼ ਦਾ ਪਤਾ ਨਹੀਂ। ਜੈ ਜੈ ਪੇਖੋ ਤਹਿ ਜੂਰ, ਦੂਰ ਕਤੇ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਤਿਹਾਈ। ਉਹ ਕਹਿੰਦੇ ਜਿੱਥੇ ਜਿੱਥੇ ਮੈਂ ਦੇਖਦਾ ਮੈਨੂੰ ਤੂੰ ਹੀ ਤੂੰ ਨਜ਼ਰ ਆਉਂਦਾ ਹੈ, ਸਾਰਿਆਂ 'ਚ ਸਮਾਇਆ ਹੋਇਆ। ਰਵ ਰਿਹਾ ਸਰਬੱਤਰ ਮੈਂ, ਰਵਿਆ ਹੋਇਆ, ਸਮਾਇਆ ਹੋਇਆ ਹੈ। ਮਨ ਸਦਾ ਧਿਆਈ, ਉਸ ਨੂੰ ਚੇਤੇ ਕਰੋ ਜਿਹੜਾ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ, ਰਾਮ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੇ ਸੰਗ ਸਮਾਈ।
पोहप मद ज्यों बास बसत है, मुकर मैं जैसे छाई, तैसे ही हर बसे निरंतर, घट ही खोजो पाई। बड़े साफ शब्दों में लिखा है, क्यों अपने जंगलों के विच उसनूं खोजदा फिरदा है। ਸਰਬ ਨਿਵਾਸੀ ਸਦਾ ਇਲੇਪਾ ਤੋਹੇ ਸੰਗ ਸਮਾਈ, ਲੇਕਿਨ ਉਹ ਸਾਰਿਆਂ ਦੇ ਅੰਦਰ ਵਸਦਾ ਹੈ, ਹਰ ਜਗ੍ਹਾ ਵਸਦਾ ਹੈ, ਤੇਰੇ ਨਾਲ ਵਸਦਾ ਹੈ, ਲੇਕਿਨ ਉਹ ਅਲੇਪ ਹੈ। ਅਲੇਪ ਕਿਉਂ ਉਸਨੂੰ ਅਲੇਪ ਕਿਹਾ ਜਾਂਦਾ ਹੈ? ਇਸ ਕਰਕੇ ਅਲੇਪ ਕਿਹਾ ਜਾਂਦਾ ਹੈ ਕਿਉਂਕਿ ਉਹ ਸਾਨੂੰ ਪੈਦਾ ਕਰਦਾ ਹੈ, ਸਾਨੂੰ ਪਾਲਦਾ ਹੈ, ਫਿਰ ਸਾਨੂੰ ਮਾਰ ਦਿੰਦਾ ਹੈ, ਪਰੰਤੂ ਆਪਣਾ ਨਾਮ ਕਿਤੇ ਨਹੀਂ ਆਣ ਦਿੰਦਾ। ਸਾਨੂੰ ਉਸਦੇ ਹਸਤਾਖਰ ਕਿਤੇ ਨਹੀਂ ਨਜ਼ਰ ਆਉਂਦੇ। ਅਸੀਂ ਸੋਚਦੇ ਹਾਂ ਸ਼ਾਇਦ ਅਸੀਂ ਆਪੇ ਪਲ ਰਹੇ ਹਾਂ, ਆਪੇ ਜੀ ਰਹੇ ਹਾਂ ਅਤੇ ਆਪੇ ਮਰ ਜਾਵਾਂਗੇ। ਇਹ ਸਾਡੀ ਸਾਰਿਆਂ ਦੀ ਡੋਰੀ ਉਸ ਇੱਕ ਪਰਮਾਤਮਾ ਦੇ ਹੱਥ ਹੈ। ਅਸੀਂ ਸਿਰਫ ਇੰਨਾ ਹੀ ਦੇਖਣਾ ਹੈ ਸਾਡੀ ਡੋਰੀ ਕਿਸ ਦੇ ਹੱਥ ਹੈ। ਪੋਹਪ ਮਤ ਜਿਉਂ ਬਾਸ ਬਸਤ ਹੈ। ਪੋਹਪ ਕਹਿੰਦੇ ਨੇ ਫੁੱਲ ਨੂੰ, ਬਾਸ ਕਹਿੰਦੇ ਨੇ ਖੁਸ਼ਬੂ ਨੂੰ। ਜਿਸ ਤਰ੍ਹਾਂ ਖੁਸ਼ਬੂ ਫੁੱਲ ਦੇ ਅੰਦਰ ਸਮਾਈ ਹੋਈ ਹੈ, ਇਸ ਤਰ੍ਹਾਂ ਪਰਮਾਤਮਾ ਤੁਹਾਡੇ ਅੰਦਰ ਸਮਾਇਆ ਹੋਇਆ ਹੈ। ਮੁਕਰਮੈ ਜੈਸੇ ਛਾਈ, ਮੁਕਰਮ ਕਹਿੰਦੇ ਨੇ ਸ਼ੀਸ਼ੇ ਨੂੰ, ਛਾਈ ਤੁਹਾਡਾ ਪਰਛਾਵਾਂ। ਤੁਸੀਂ ਪਰਮਾਤਮਾ ਦਾ ਪਰਛਾਵਾਂ ਹੋ। ਤੈਸੇ ਹੀ ਹਰ ਬਸੇ ਨਿਰੰਤਰ ਘਾਟ ਹੀ ਖੋਜੋ ਪਾਈ। ਪਰਮਾਤਮਾ ਨਿਰੰਤਰ ਲਗਾਤਾਰ ਅਟੁੱਟ ਇਸ ਦੁਨੀਆ 'ਤੇ ਵਸ ਰਿਹਾ ਹੈ, ਲੇਕਿਨ ਖੋਜ ਕਿੱਥੇ ਕਰਨੀ ਹੈ? ਘੱਟ ਹੀ ਖੋਜੋ ਪਾਈ। ਆਪਣੇ ਸਰੀਰ ਦੇ ਅੰਦਰ ਉਸ ਦੀ ਖੋਜ ਕਰਨੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਸ ਬ੍ਰਹਿਮੰਡ ਦੇ ਅੰਦਰ ਜੋ ਕੁਛ ਵੀ ਹੈਗਾ ਉਹ ਤੁਹਾਡੇ ਸਰੀਰ ਦੇ ਅੰਦਰ ਮੌਜੂਦ ਹੈ, ਲੇਕਿਨ ਖੋਜ ਤੁਹਾਨੂੰ ਆਪਣੀ ਕਰਨੀ ਪੈਣੀ ਹੈ। ਜਿਸ ਦਿਨ ਤੁਸੀਂ ਆਪਣੇ ਅੰਦਰ ਖੋਜ ਕਰੋਗੇ ਤੁਹਾਨੂੰ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ। ਜੋ ਇਹ ਸਾਰਾ ਬ੍ਰਹਿਮੰਡ ਹੈ, ਇਹ ਹਰ ਇਨਸਾਨ ਦੇ ਸਰੀਰ ਦੇ ਅੰਦਰ ਇਹ ਬ੍ਰਹਿਮੰਡ ਇੱਕ ਮੌਜੂਦ ਹੈ। ਕਾਇਆ ਅੰਦਰ ਜਗ ਜੀਵਨ ਦਾਤਾ ਵਸੇ, ਸਭਨਾ ਕਰੇ ਪ੍ਰਿਤਪਾਲਾ। ਬੜੇ ਸਾਫ਼ ਸ਼ਬਦਾਂ ਵਿੱਚ ਲਿਖਿਆ ਹੋਇਆ, ਕਾਇਆ ਅੰਦਰ, ਤੁਹਾਡੇ ਸਰੀਰ ਦੇ ਅੰਦਰ ਜਗ ਜੀਵਨ ਦਾਤਾ, ਜਿਸ ਨੇ ਇਹ ਜ਼ਿੰਦਗੀ ਬਣਾਈ ਹੈ, ਇਹ ਸਾਰਾ ਜਗ ਦੀ ਜਿਸ ਨੇ ਰਚਨਾ ਕੀਤੀ ਹੈ, ਉਹ ਤੁਹਾਡੇ ਅੰਦਰ ਵਸਦਾ ਹੈ, ਸਾਰਿਆਂ ਦੀ ਪ੍ਰਤਿਪਾਲਨਾ ਕਰਦਾ ਹੈ, ਪਰੰਤੂ ਨਾਲ ਹੀ ਮਾਰ ਵੀ ਦਿੰਦਾ ਹੈ। ਹੁਣ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਅਸੀਂ ਪਰਮਾਤਮਾ ਦੀ ਖੋਜ ਕਿੱਥੇ ਕਰਨੀ ਹੈ, ਉਹਨਾਂ ਨੇ ਬੜਾ ਹੀ ਸਾਫ਼ ਸ਼ਬਦਾਂ ਵਿੱਚ ਉੱਪਰਲੀਆਂ ਪੰਕਤੀਆਂ ਤੋਂ ਇਹ ਕਲੀਅਰ ਹੋ ਜਾਂਦਾ ਹੈ। ਪਰਮਾਤਮਾ ਦੀ ਖੋਜ ਸਿਰਫ ਆਪਣੇ ਸਰੀਰ ਦੇ ਅੰਦਰ ਕਰਨੀ ਹੈ। ਜਦੋਂ ਤੁਸੀਂ ਆਪਣੇ ਸਰੀਰ ਦੇ ਅੰਦਰ ਉਸ ਦੀ ਖੋਜ ਕਰੋਗੇ ਤੁਸੀਂ ਪਾਓਗੇ ਉਹ ਅਦ੍ਰਿਸ਼ ਹੈ ਜਿਹੜਾ ਉਹ ਤੁਹਾਨੂੰ ਮਿਲਿਆ ਹੀ ਹੋਇਆ, ਲੇਕਿਨ ਉਹ ਅਭੇਦ ਹੈ, ਅਲੱਖ ਹੈ, ਉਸ ਦੇ ਭੇਦ ਕੋਈ ਨਹੀਂ ਖੋਲ ਸਕਦਾ। ਹਾਂ, ਤੁਹਾਨੂੰ ਜ਼ਾਹਿਰ ਹੋ ਜਾਏਗਾ, ਇੰਨਾ ਜ਼ਾਹਿਰ ਹੋਏਗਾ ਵੀ ਪਤਾ ਕੁਛ ਨਹੀਂ ਲੱਗਿਆ। ਫਿਰ ਹੁਣ ਜਿਹੜਾ ਦੂਸਰਾ ਮਹੱਤਵਪੂਰਨ ਜਿਹੜੀ ਗੱਲ ਹੈ ਉਹ ਹੈ ਵੀ ਉਸ ਪਰਮਾਤਮਾ ਨੂੰ ਉਹਨਾਂ ਨੇ ਖੋਜ ਕਰਨ ਵਾਸਤੇ ਦੱਸਤਾ। ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਅੰਦਰੋਂ ਪਾਉਣਾ ਹੈ, ਲੇਕਿਨ ਕੀ ਉਸ ਦਾ ਕੋਈ ਉਪਾਏ ਹੈ? ਉਸ ਸੰਬੰਧ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਹੋਈਆਂ ਹਨ, ਮੈਂ ਅੱਜ ਤੁਹਾਡੇ ਨਾਲ ਉਹ ਸਾਂਝੀਆਂ ਕਰਨਾ ਚਾਹੁੰਦਾ ਹਾਂ। ਅਲਖ ਅਪਿਓ ਹਰ ਰਿਹਾ ਸਮਾਏ, ਉਪਾਏ ਨਾ ਕੀਤੀ ਪਾਇਆ ਜਾ। ਬੜਾ ਸ਼ਬਦ ਲਿਖਿਆ, ਅਲਖ ਜੋ ਦਿਖਾਈ ਨਹੀਂ ਦਿੰਦਾ, ਉਹ ਕਿੱਥੇ ਹੈ? ਹਰ ਚੀਜ਼ ਦੇ ਅੰਦਰ, ਹਰ ਜਗ੍ਹਾ ਸਮਾਇਆ ਹੋਇਆ ਹੈ। ਉਪਾਏ ਨਾ ਕੀਤੀ ਪਾਇਆ ਜਾਏ, ਲੇਕਿਨ ਉਸ ਨੂੰ ਪਾਉਣ ਦਾ ਕੋਈ ਉਪਾਏ ਨਹੀਂ ਹੈ। ਉਹਨਾਂ ਨੇ ਸਾਰੇ ਉਪਾਇਆਂ ਦਾ ਖੰਡਨ ਕੀਤਾ ਹੈ, ਕੋਈ ਉਪਾਏ ਨਹੀਂ ਹੈ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਉਹ ਕਹਿੰਦੇ ਮੈਂ ਆਪਣਾ ਸਰੀਰ ਜਿਹੜਾ ਸਮੁੰਦਰ ਵਰਗਾ ਹੈ, ਇਸ ਨੂੰ ਜਦੋਂ ਮੈਂ ਵਿਰੋਲਿਆ ਮੈਨੂੰ ਇੱਕ ਵਸਤ ਮਿਲੀ ਅਨੂਪ। ਅਨੂਪ ਕਹਿੰਦੇ ਨੇ ਜਿਸ ਦਾ ਕੋਈ ਰੂਪ ਨਹੀਂ, ਲੇਕਿਨ ਸਾਰੇ ਰੂਪ ਉਸ ਤੋਂ ਆਉਂਦੇ ਹਨ। ਪਰਮਾਤਮਾ ਦਾ ਆਪਣਾ ਕੋਈ ਰੂਪ ਨਹੀਂ, ਲੇਕਿਨ ਸਾਰੇ ਰੂਪ ਉਸੇ ਤੋਂ ਹੀ ਆਏ ਹਨ। ਅਸੀਂ ਸਮਝਦੇ ਹਾਂ ਸ਼ਾਇਦ ਇਹ ਜਿਹੜਾ ਅਸੀਂ ਰੂਪ ਰੰਗ ਜਾਂ ਸੁਭਾਅ ਇਸ ਦੁਨੀਆ 'ਤੇ ਲੈ ਕੇ ਆਏ ਹਾਂ ਉਹ ਸਾਡਾ ਆਪਣਾ ਨਹੀਂ, ਇਹ ਪਰਮਾਤਮਾ ਦੀ ਦੇਣ ਹੈ। ਸਭ ਕੁਝ ਉਸੇ ਦਾ ਹੀ ਹੈ। ਅੱਗੇ ਜੋ ਲਿਖਿਆ, ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਆਏ ਮਿਲੇ ਅਚਿੰਤੇ। ਕੋਈ ਕਾਲਣਾ ਕਰਕੇ ਨਹੀਂ ਮਿਲਦਾ ਹੈਗਾ। ਕਾਲ ਨਾ ਮਿਲਿਓ, ਕੋਈ ਕਾਲਣਾ ਕਰਨ ਦੀ ਲੋੜ ਨਹੀਂ। ਸੇਵ ਨਾ ਮਿਲਿਓ, ਕੋਈ ਸੇਵਾ ਕਰਨ ਦੀ ਲੋੜ ਨਹੀਂ। ਆਏ ਮਿਲੇ ਅਚਿੰਤੇ, ਉਹ ਜਦ ਵੀ ਮਿਲੇਗਾ ਤੁਹਾਨੂੰ ਉਹ ਇੱਕ ਸਕਿੰਟ 'ਚ ਅਚਿੰਤੇ ਹੀ ਤੁਹਾਡੇ ਚਿੱਤ ਚੇਤੇ 'ਚ ਵੀ ਨਹੀਂ ਹੋਣਾ, ਤੁਹਾਨੂੰ ਮਿਲ ਜਾਣਾ ਹੈ। ਤਜ ਭਰਮ ਕਰਮ ਬਿਦ ਨਿਖੇਦ, ਰਾਮ ਨਾਮ ਲਈ। ਉਹਨਾਂ ਨੇ ਸਾਰੇ ਧਰਮ, ਸਾਰੇ ਕਰਮ, ਸਾਰੀਆਂ ਵਿਧੀਆਂ ਦਾ ਨਿਖੇਧ ਕੀਤਾ ਹੈ। ਕਹਿੰਦੇ ਕੋਈ ਵਿਧੀ ਉੱਥੇ ਕੰਮ ਨਹੀਂ ਆਉਂਦੀ, ਕੋਈ ਕਰਮ ਕੰਮ ਨਹੀਂ ਆਉਂਦਾ, ਕੋਈ ਧਰਮ ਕੰਮ ਨਹੀਂ ਆਉਂਦਾ। ਬਸ ਸਿਰਫ ਤੁਸੀਂ ਉਸ ਨੂੰ ਚੇਤੇ ਕਰੋ, ਰਾਮ ਨਾਮ ਨੂੰ ਚੇਤੇ ਕਰੋ। ਕਰਮ ਧਰਮ ਪਾਖੰਡ ਜੋ ਦਿਸੇ, ਤਿਨ ਜਮ ਜਗਾਤੀ ਲੂਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਚ ਛੂਟੇ। ਕਹਿੰਦੇ ਕਰਮ, ਜਿੰਨੇ ਵੀ ਕਰਮ ਦਿਖਦੇ ਹਨ, ਧਰਮ ਜੋ ਵੀ ਧਰਮ ਦਿਖਾਈ, ਸਭ ਪਖੰਡ ਜੋ ਦਿਖਦੇ ਹਨ, ਦਿਖਾਈ ਦਿੰਦੇ ਹਨ, ਜੋ ਅਸੀਂ ਕਰਦੇ ਹਾਂ। ਤਜ ਪਰਮ ਕਰਮ ਬਿਦ ਨਿਖੇਦ, ਰਾਮ ਨਾਮ ਲਈ। ਉਹਨਾਂ ਨੇ ਕੀ ਕੀਤਾ ਵੀ ਸਾਰੇ ਭਰਮ ਆਪਣੇ ਮਨ ਦੇ ਵਿੱਚੋਂ ਕੱਢ ਦਿਓ। ਜਿੰਨੇ ਵੀ ਕਰਮ ਨੇ ਜਾਂ ਜਿੰਨੀਆਂ ਵੀ ਵਿਧੀਆਂ ਨੇ, ਉਹਨਾਂ ਸਾਰੀਆਂ ਵਿਧੀਆਂ ਦਾ ਨਿਖੇਧ ਕੀਤਾ ਹੈ। ਕਹਿੰਦੇ ਇਹ ਸਾਰਾ ਕੁਝ ਛੱਡ ਕੇ ਸਿਰਫ ਉਸ ਨੂੰ ਯਾਦ ਕਰੋ, ਇੱਕ ਰਾਮ ਨੂੰ,
ਜੋ ਰਮਿਆ ਹੋਇਆ ਹੈ, ਸਭ ਦੇ ਅੰਦਰ ਸਮਾਇਆ ਹੋਇਆ। ਕਰਮ ਧਰਮ ਪਾਖੰਡ ਜੋ ਦਿਸੇ, ਤਿਨ ਜਮ ਜਗ੍ਹਾ ਤੇ ਲੁਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਸ ਛੁਟੇ। ਕਰਮ ਧਰਮ ਜਿੰਨੇ ਵੀ ਅਸੀਂ ਕਰਮ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਅਧਿਆਤਮਕ ਕਰਮ ਕਰਦੇ ਹਾਂ, ਧਰਮ ਜੋ ਅਸੀਂ ਧਰਮ ਅਡਾਪਟ ਕਰਦੇ ਹਾਂ, ਜੋ ਵੀ ਦਿਖਦਾ ਹੈ ਇਹ ਸਾਰਾ ਪਖੰਡ ਹੈ। ਜੋ ਦਿਖਦਾ ਹੈ, ਜੋ ਦਿਸੇ, ਉਹ ਇਹਨਾਂ ਨੂੰ ਕੀ ਹੋਏਗਾ? ਇਹਨਾਂ ਨੂੰ ਜੰਮ ਜਗ੍ਹਾ 'ਤੇ ਲੁੱਟੇ, ਇਹਨਾਂ ਨੂੰ ਜੰਮ ਹੈ ਨਾ ਜਿਹੜੇ ਉਹ ਲੁੱਟ ਲੈਣਗੇ। ਫਿਰ ਕਰਨਾ ਕੀ ਹੈ? ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਸ ਛੁਟੇ। ਨਿਰਵਾਣ ਹੁੰਦਾ ਜਦੋਂ ਸਾਡੇ ਮਨ ਦੇ ਅੰਦਰ ਕੋਈ ਖੁਆਇਸ਼ ਨਹੀਂ ਹੁੰਦੀ, ਸਾਰੀਆਂ ਖੁਆਇਸ਼ਾਂ ਕੱਢ ਕੇ, ਸਾਰੀਆਂ ਮੰਗਾਂ ਖੱਡ ਕੇ ਜਦੋਂ ਅਸੀਂ ਉਸ ਕਰਤੇ ਨੂੰ ਇੱਕ ਸਕਿੰਟ ਵਾਸਤੇ ਵੀ ਯਾਦ ਕਰਾਂਗੇ, ਓਨਾ ਹੀ ਬਹੁਤ ਹੈ ਸਾਨੂੰ, ਓਨਾ ਉਸ ਵਾਸਤੇ ਹੀ ਹੈ। ਲੇਕਿਨ ਜਦੋਂ ਅਸੀਂ ਜੋ ਕੁਛ ਵੀ ਕਰਦੇ ਹਾਂ, ਸਾਡੇ ਅੰਦਰ ਖੁਆਇਸ਼ਾਂ ਹੁੰਦੀਆਂ ਨੇ। ਸਾਡੇ ਅੰਦਰ ਜਦੋਂ ਉਸ ਨੂੰ ਚੇਤੇ ਕਰਨਾ ਹੈ, ਕੋਈ ਖੁਆਇਸ਼ ਨਹੀਂ ਹੁੰਦੀ। ਇਸ ਦੁਨੀਆ 'ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਬਾਹਰ ਮੂਲ ਨਾ ਖੋਜੀਏ, ਕਰ ਮਾਹੇ ਵਿਦਾਤਾ। ਬੜੇ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਹੈ, ਬਾਹਰ ਮੂਲ ਨਾ ਖੋਜੀਏ, ਵੀ ਪਰੰਤੂ ਪਰਮਾਤਮਾ ਨੂੰ ਬਾਹਰ ਬਿਲਕੁਲ ਨਹੀਂ ਪਰਮਾਤਮਾ ਦੀ ਖੋਜ ਕਰਨੀ। ਘਰ ਮਾਏ ਵਿਦਾਤਾ, ਤੁਹਾਡਾ ਘਰ ਤੁਹਾਡੇ ਸਰੀਰ ਦੇ ਅੰਦਰ ਉਹ ਵਿਦਾਤਾ ਖੁਦ ਆਪ ਮੌਜੂਦ ਹੈ, ਉਹ ਆਪ ਕਰਦਾ ਹੈ, ਲੇਕਿਨ ਉਹ ਆਪਣਾ ਨਾਂ ਨਹੀਂ ਲੈਂਦਾ। ਇਸ ਕਰਕੇ ਉਸ ਨੂੰ ਕਰਤਾ ਪੁਰਖ ਕਿਹਾ ਜਾਂਦਾ ਹੈ। ਕਰਤਾ ਪੁਰਖ ਵਾਸਤੇ 'ਚ ਮੈਨੇ ਪਹਿਲਾਂ ਵੀ ਬੜੇ ਸਾਫ਼ ਸ਼ਬਦਾਂ ਵਿੱਚ ਬੜੀ ਕਲੀਅਰ ਕੀਤਾ ਹੋਇਆ ਹੈ। ਕਰਤਾ ਜੋ ਕਰਨ ਵਾਲਾ ਹੈ, ਪੁਰਖ ਹੈ ਜੋ ਪੂਰਿਆ ਹੋਇਆ, ਜੋ ਸਮਾਇਆ ਹੋਇਆ ਹੈ। ਇਸ ਜਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਇਸ ਸੰਬੰਧ ਵਿੱਚ ਮੈਂ ਪਹਿਲਾਂ ਵੀਡੀਓ ਬਣਾ ਚੁੱਕਿਆ ਹਾਂ, ਤੁਸੀਂ ਸੁਣੀ ਹੋਣੀ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਤ ਪਾਈ। ਕਹਿੰਦੇ ਕੋਈ ਵਿਰਲਾ ਇਨਸਾਨ ਇਸ ਮਨ ਦੀ ਖੋਜ ਕਰਦਾ ਹੈ। ਤੁਸੀਂ ਵੀ ਆਪਣੇ ਮਨ ਦੀ ਖੋਜ ਕਰੋ, ਤੁਸੀਂ ਵੀ ਵਿਰਲੇ ਇਨਸਾਨਾਂ ਦੇ ਵਿੱਚ ਆਓ। ਮਨ ਖੋਜਤ ਨਾਮ ਨੌ ਨਿਤ ਪਾਈ। ਜਦੋਂ ਤੁਸੀਂ ਆਪਣੇ ਮਨ ਦੀ ਖੋਜ ਕਰੋਗੇ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਦਰ ਪਾਓਗੇ, ਜਿਸ ਦਾ ਸਭ ਕੁਛ ਹੈ, ਜੋ ਸਭ ਕੁਛ ਹੈ। ਨਾਨਕ ਨਾਮ ਪ੍ਰਭ ਤੇ ਪਾਇਆ। ਨਾਨਕ ਜੀ ਨੇ ਬੜੇ ਸਾਫ਼ ਸ਼ਬਦਾਂ ਵਿੱਚ ਲਿਖਿਆ, ਉਹਨਾਂ ਨੇ ਨਾਮ ਕਿੱਥੋਂ ਪ੍ਰਾਪਤ ਕੀਤਾ? ਪਰਮਾਤਮਾ ਤੋਂ ਪ੍ਰਾਪਤ ਕੀਤਾ। ਕਿਉਂ? ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਰੌਸ਼ਨੀ, ਪਰਮਾਤਮਾ ਦਾ ਗਿਆਨ, ਪਰਮਾਤਮਾ ਤੋਂ ਇਲਾਵਾ ਤੁਹਾਨੂੰ ਕੋਈ ਨਹੀਂ ਦੇ ਸਕਦਾ। ਇਸ ਕਰਕੇ ਤੁਹਾਨੂੰ ਆਪਣੀ ਖੋਜ ਖੁਦ ਆਪ ਕਰਨੀ ਪੈਣੀ ਹੈ, ਆਪਣੀ ਭਟਕਣਾ ਆਪ ਦੇਖਣੀ ਪੈਣੀ ਹੈ। ਜਦੋਂ ਤੁਸੀਂ ਖੁਦ ਭਟਕੋਗੇ, ਖੁਦ ਆਪਣੀ ਖੋਜ ਕਰੋਗੇ, ਤਾਂ ਜੋ ਸਾਨੂੰ ਮਿਲਿਆ ਹੋਇਆ ਹੈ ਉਸ ਨੂੰ ਅਸੀਂ ਫਿਰ ਮਿਲ ਜਾਵਾਂਗੇ। ਸਾਡੀ ਖੋਜ ਕੀ ਹੈ? ਜੋ ਸਾਨੂੰ ਮਿਲਿਆ ਹੋਇਆ ਹੈ ਉਸ ਨੂੰ ਦੁਬਾਰਾ ਮਿਲਣਾ, ਬਸ ਇੰਨੀ ਕੁ ਹੀ ਸਾਡੀ ਖੋਜ ਹੈ। ਜੋ ਉੱਪਰ ਦੱਸਿਆ ਹੈ ਵੀ ਪਰਮਾਤਮਾ ਦੀ ਖੋਜ ਕਿੱਥੇ ਕਰਨੀ ਹੈ, ਬੜੀਆਂ ਕਲੀਅਰ ਹੈ। ਆਪਣੇ ਅੰਦਰ ਖੋਜ ਕਰਨੀ ਹੈ, ਅਤੇ ਉਸ ਦਾ ਕੋਈ ਉਪਾਏ, ਕੋਈ ਤਰੀਕਾ, ਕੋਈ ਕਰਮ ਜਾਂ ਕੋਈ ਧਰਮ ਉੱਪਰ ਮੈਨੇ ਬੜੇ ਸਾਫ਼ ਸ਼ਬਦਾਂ 'ਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੰਕਤੀਆਂ ਲੈ ਕੇ ਤੁਹਾਨੂੰ ਸਾਫ਼ ਕੀਤਾ ਹੈ। ਉਸ ਨੂੰ ਪ੍ਰਾਪਤ ਕਰਨ ਦਾ ਕੋਈ ਉਪਾਏ ਨਹੀਂ ਹੈ, ਕੋਈ ਤਰੀਕਾ ਨਹੀਂ ਹੈ। ਬਸ ਜਿਸ ਦਿਨ ਤੁਸੀਂ ਆਪਣੇ ਅੰਦਰੋਂ ਸਾਰੀਆਂ ਉਪਾਇਆਂ, ਸਾਰੇ ਕੁਝ ਕੱਢ ਕੇ, ਸਾਰੀਆਂ ਖੁਆਇਸ਼ਾਂ ਕੱਢ ਕੇ ਇੱਕ ਸਕਿੰਟ ਲਈ ਉਸ ਨੂੰ ਯਾਦ ਕਰੋਗੇ, ਉਹ ਤੁਹਾਡੇ ਕੋਲ ਹਾਜ਼ਰ ਨਾਜ਼ਰ ਹੀ ਹੈ। ਉਹ ਕਿਤੇ ਨਹੀਂ ਜਾ ਸਕਦਾ, ਤੁਹਾਡੇ ਅੰਦਰ ਫਸਿਆ ਹੋਇਆ ਹੈ।